ਮਿੱਟੀ ਦੇ ਨਾਲ ਮਿੱਟੀ ਹੋਵਾਂ। ਇੱਕ ਪਲ ਵੀ ਨਾ ਕਦੇ ਖਲੋਵਾਂ। ਮੈਂ ਮਿੱਟੀ ਦਾ ਜਾਇਆ। ਮੇਰੇ ਖੇਤ ਮੇਰੀ ਪਹਿਚਾਨ ਆ। ਉਹ ਲੋਕੋ ਮੈਂ ਤਾਂ ਇੱਕ ਕਿਸਾਨ ਆ। PTN 24 ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਗਭਗ 3 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਜੀ ਕਿਸਾਨ ਅੰਦੋਲਨ ਨੂੰ ਚੱਲਦਿਆਂ। ਸਮਾਂ ਪੰਜਾਬ 'ਚ ਜਦੋਂ ਸ਼ੁਰੂ ਹੋਇਆ ਸੀ ਉਹ ਤਾਂ 5 ਮਹੀਨੇ ਹੀ ਹੋ ਗਏ ਆ, ਪਰ 3 ਮਹੀਨੇ ਤੋਂ ਵੱਧ ਸਮਾਂ ਤਾਂ ਦਿੱਲੀ ਬਾਰਡਰਾਂ 'ਤੇ ਬੈਠਿਆਂ ਨੂੰ ਜਿਹੜਾ ਵਾ ਉਹ ਸਮਾਂ ਹੋ ਗਿਆ। ਹੁਣ ਤੱਕ ਪੌਣੇ 300 ਦੇ ਕਰੀਬ ਜਿਹੜੇ ਸਾਡੇ ਕਿਸਾਨ ਵੀਰ ਨੇ ਉਹ ਵੱਖ-ਵੱਖ ਹਾਦਸਿਆਂ ਦੇ ਵਿੱਚ ਹਾਰਟ ਅਟੈਕ ਦੇ ਨਾਲ ਤੇ ਜਾਨਾਂ ਤੋਂ ਜਾ ਚੁੱਕੇ ਆ ਇਸ ਅੰਦੋਲਨ ਦੇ ਵਿੱਚ ਹਿੱਸਾ ਭਰਦਿਆਂ ਹੋਇਆਂ। ਅੱਜ ਅਸੀਂ ਪਹੁੰਚੇ ਹਾਂ ਜੀ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਨਰਪੁਰ ਦੇ ਵਿੱਚ। ਇੱਥੋਂ ਦਾ ਇੱਕ ਕਿਸਾਨ ਸਰਦਾਰ ਜਗੀਰ ਸਿੰਘ ਸਨ ਆਫ ਗਿਆਨ ਸਿੰਘ, ਜਿਹੜੇ ਕਿ ਪਿਛਲੇ ਦਿਨੀ ਜਿਹੜੇ ਆ ਉਹ ਉਹਨਾਂ ਦੀ ਅਕਾਲ ਚਲਾਣਾ ਉਹ ਕਰ ਗਏ ਸਨ। ਅੱਜ ਉਹਨਾਂ ਦੇ ਪਰਿਵਾਰ 'ਚ ਪਹੁੰਚੇ ਹਾਂ। ਇਸ ਵਕਤ ਉਹਨਾਂ ਦੀ ਧਰਮ ਪਤਨੀ ਬੀਬੀ ਹਰਭਜਨ ਕੌਰ ਜੀ ਸਾਡੇ ਨਾਲ ਆ। ਉਹਨਾਂ ਨਾਲ ਗੱਲ ਕਰਦੇ ਹਾਂ ਵੀ ਕੀ ਭਾਣਾ ਵਾਪਰਿਆ ਅਤੇ ਕਿਵੇਂ ਕੀ ਕੁਝ ਹੋਇਆ ਇਸ ਪਰਿਵਾਰ ਦੇ ਨਾਲ। ਇਹਨਾਂ ਨਾਲ ਗੱਲ ਕਰਦੇ ਹਾਂ ਜੀ। ਬੀਬੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਦੱਸੋ ਵੀ ਕੀ ਭਾਣਾ ਵਾਪਰਿਆ ਸਰਦਾਰ ਜਗੀਰ ਸਿੰਘ ਉਹਨਾਂ ਨੂੰ? ਘਰੋਂ ਤਾਂ ਬਹੁਤ ਸੌਖੇ ਗਏ, ਬੜੇ ਸੋਹਣੇ ਗਏ, ਪਰ ਚਾਵਾਂ ਨਾਲ ਹੀ ਗਏ ਵੀ ਮੈਂ ਇਸ ਕੰਮ ਵਾਸਤੇ ਚੱਲਿਆ ਵਾਂ। ਠੀਕ ਹੈ। ਇਹ ਕੰਮ ਮੈਂ ਕਰਨਾ ਵਾ, ਇਹ ਮੈਂ ਜਿੱਤ ਕੇ ਕੰਮ ਆਉਣਾ ਵਾ। ਉਹਨਾਂ ਨੂੰ 2 ਮਹੀਨੇ ਤੋਂ ਹੋ ਗਏ ਉਹ ਖਬਰਾਂ ਨਹੀਂ ਛੱਡਦੇ, TV ਨਹੀਂ ਛੱਡਦੇ। ਤੇ ਜਦੋਂ ਅਸੀਂ ਆਪਾਂ ਬੋਲਦੇ ਵੀ ਤੁਸੀਂ ਇਹ ਕੰਮ ਕਰੀ ਜਾਂਦੇ ਹੋ, ਆਂਦੇ ਵੀ ਮੈਨੂੰ ਸ਼ੌਂਕ ਆ, ਸਾਡਾ ਇਹ ਕੰਮ ਆ, ਇਹ ਮੈਂ ਮੈਦਾਨ ਫਤਿਹ ਕਰਨਾ ਵਾ। ਤੇ ਜਿੱਦਣ ਮੈਂ ਘੱਲਿਆ ਵਾ ਮੈਂ ਤਾਂ ਬਹੁਤ ਖੁਸ਼ ਭੇਜਿਆ। ਤੇ ਹੁਣ ਤੇ ਮਹਾਰਾਜ ਦੀ ਕਿਰਪਾ ਨਾਲ ਮੈਨੂੰ ਨਹੀਂ ਪਤਾ ਵੀ ਉੱਥੇ ਕੀ ਬਣਿਆ ਤੇ ਕੀ ਨਹੀਂ ਬਣਿਆ, ਤੇ ਹੁਣ ਤੁਹਾਡੀ ਮਿਹਰਬਾਨੀ ਆ। ਨਹੀਂ ਪਤਾ, ਮਤਲਬ ਕੁਛ ਨਾ ਕੁਛ ਕੀ ਭਾਣਾ ਵਾਪਰਿਆ ਠੀਕ ਨਹੀਂ? ਹਾਂ, ਇਹ ਤੇ ਗਏ ਤੇ ਚੰਗੇ ਭਲੇ ਵੀ ਆਂਦੇ ਆ, ਗੱਡੀ ਦੇ ਨਾਲ ਵੱਜੀ ਆ ਟਰਾਲੀ, ਕੋਈ ਟਿੱਪਰ ਆਂਦੇ ਵੱਜੀ ਆ। ਅੱਛਾ, ਐਕਸੀਡੈਂਟ ਹੋਇਆ ਕਹਿਣ ਦਾ ਮਤਲਬ? ਐਕਸੀਡੈਂਟ ਹੋਇਆ ਜਿਹਦੇ ਬਾਅਦ ਹੋਇਆ ਇਹ ਕੋ ਦੱਸਿਆ ਨਾ? ਇਹ ਆਂਦੇ ਉਹਦੇ ਲਾਗੇ ਆਂਦੇ ਦਿੱਲੀ ਲਾਗੇ ਪਹੁੰਚ ਗਏ। ਹਾਂਜੀ, ਕੁਰੂਕਸ਼ੇਤਰ ਲਾਗੇ ਹੋਇਆ। ਹਾਂ, ਉੱਥੇ ਪਹੁੰਚੇ ਨੇ। ਸੌਰੀ, ਐਕਸੀਡੈਂਟ ਕੁਰੂਕਸ਼ੇਤਰ ਲਾਗੇ। ਹਾਂਜੀ, ਉੱਥੇ ਹੋਇਆ। ਸਾਨੂੰ ਤੇ ਫੋਨ ਵੀ ਬਾਅਦ 'ਚ ਹੀ ਆਇਆ, ਸਵੇਰੇ ਹੀ ਆਇਆ, ਸਾਨੂੰ ਕੋਈ ਪਤਾ ਨਹੀਂ ਲੱਗਾ। ਆਂਦੇ ਡਿੱਗ ਤੇ ਸਾਰੇ ਇਹਨਾਂ ਦੇ ਮੌਤ ਹੋ ਗਈ, ਉੱਪਰੋਂ ਦੇ ਟਾਇਰ ਲੰਘ ਗਿਆ ਤੇ ਇਹਨਾਂ ਦੀ ਡੈਥ ਹੋ ਗਈ। ਮਤਲਬ ਜਿਸ ਟਰਾਲੀ ਦੇ ਵਿੱਚ ਸਨ ਉਹਦੇ ਤੇ ਕਿ ਜਾਂ ਪਿੱਛੋਂ ਕੋ ਵਿੱਚ ਵੱਜਾ? ਨਹੀਂ, ਪਿੱਛੋਂ ਟਰਾਲਾ ਵੱਜਾ। ਅੱਛਾ, ਪਿੱਛੋਂ ਟਰਾਲਾ ਵੱਜਾ। ਅੱਛਾ। ਤੇ ਟਰਾਲੀ ਉਸੇ 'ਚ ਹੀ, ਪਤਾ ਨਹੀਂ ਵੀ ਉਹ ਇਹਨਾਂ ਨਾਲ ਹੁਣ ਕੀ ਬਣਿਆ ਤੇ ਮੈਂ ਕਹਿ ਨਹੀਂ ਸਕਦੀ ਕੁਛ ਵੀ, ਪਰ ਹੋਇਆ ਐਕਸੀਡੈਂਟ ਆ ਉਹਦੇ ਨਾਲ ਹੀ, ਟਰਾਲੀ ਦੇ ਵਿੱਚ। ਫਿਰ ਉਸੇ ਵੇਲੇ ਹੀ ਫੋਨ ਆ ਗਿਆ ਘਰ? ਨਹੀਂ ਜੀ, ਸਾਨੂੰ ਨਹੀਂ ਫੋਨ ਆਇਆ। ਹਾਂਜੀ। ਸਾਨੂੰ ਜਥੇਬੰਦੀਆਂ ਨੇ ਜਿਨ੍ਹਾਂ ਨੇ ਖੜਿਆ ਸੀ ਉਹਨਾਂ ਵੀ ਨਹੀਂ ਦੱਸਿਆ ਸਾਨੂੰ। ਸਾਡੇ ਬੱਚੇ ਜਿਹੜੇ ਆ ਉਹ ਪਹੁੰਚੇ, ਮੇਰੇ ਜੇਠ ਦੇ ਬੱਚੇ, ਉਹ ਅਮਰੀਕਾ ਵਾ। ਉਹਨਾਂ ਨੂੰ ਕਿਤੇ ਖਬਰਾਂ ਗਈਆਂ ਨੇ, ਉਹਨਾਂ ਨੇ ਫਿਰ ਉਹ ਮੇਰਾ ਡੇਰਾ ਸਾਹਿਬ ਆ, ਉਹਨਾਂ ਦੇ ਘਰ ਫੋਨ ਆਇਆ ਵਾ ਵੀ ਚਾਚਾ ਜੀ ਇਹ ਕੰਮ ਹੋ ਗਿਆ, ਵੇਖੋ ਟਰਾਲੀ 'ਚ ਸਾਡਾ ਵੀ ਕੋਈ ਬੰਦਾ ਹੈਗਾ। ਤੇ ਇਹਨਾਂ ਨੇ ਆਖਿਆ ਵੀ ਤੇਰਾ ਚਾਚਾ ਜੀ ਗਏ ਨੇ, ਤੇ ਇਹਨਾਂ ਨੂੰ ਦੱਸਿਆ ਵਾ, ਸਾਨੂੰ ਨਹੀਂ ਪਤਾ ਲੱਗਾ। ਇਹਨਾਂ ਨੇ ਆਣ ਕੇ ਬਾਰ-ਬਾਰ, ਮੇਰਾ ਡੇਰਾ ਵਾ, ਨਿੱਕੇ ਮੇਰੇ ਬੱਚੇ ਹੀ ਜਾਣਦੇ ਕੁਛ ਨਹੀਂ, ਤੇ ਇਹਨਾਂ ਨੇ ਆਣ ਕੇ ਦੱਸਿਆ ਤੇ ਫਿਰ ਸਾਨੂੰ ਪਤਾ ਲੱਗਾ। ਪਰ ਸਾਨੂੰ ਖੜਿਆ ਫਿਰ ਇਹ ਆਪ ਗਏ ਆਪਣੇ ਸਾਧਨਾਂ ਤੇ, ਜਦ ਟਰਾਲੀ ਜਥੇਬੰਦੀਆਂ ਨੇ ਸਾਨੂੰ ਖੜਿਆ। ਆਪਣੇ ਤੌਰ ਤੇ ਚਲੋ ਮਨ ਦੇ ਵਿੱਚ ਸੀਗਾ ਵੀ ਚਲੋ ਕਿਸਾਨ ਆਪਣੇ ਹੱਕਾਂ ਲਈ ਲੜ ਰਹੇ ਆ ਤੇ ਸਾਨੂੰ ਵੀ ਜਾਣਾ ਚਾਹੀਦਾ ਵਾ। ਉਹਨਾਂ ਨੂੰ ਬਹੁਤ ਸ਼ੌਂਕ ਸੀ ਵੀ ਮੈਂ ਇਸ ਕੰਮ ਵਾਸਤੇ ਜਾਣਾ ਹੀ ਜਾਣਾ ਵਾ। ਇਹ ਤਾਂ 1.5 ਮਹੀਨੇ ਤੋਂ ਉਹਨਾਂ ਨੇ ਇਹ ਕੰਮ ਫੜਿਆ ਸੀ ਵੀ ਮੈਂ ਦਿੱਲੀ ਜਾਣਾ ਹੀ ਜਾਣਾ। ਉਸ ਤੋਂ ਪਹਿਲਾਂ ਵੀ ਕਦੀ ਗਏ ਸਨ ਕਿ ਪਹਿਲੀ ਵਾਰੀ ਜਾ ਰਹੇ ਸੀ? ਨਹੀਂ, ਇਹ ਪਹਿਲੀ ਵਾਰੀ ਗਏ ਜੀ। ਹਾਂ, ਪਹਿਲੀ ਵਾਰੀ ਗਏ। ਇਹ ਕਿੰਨੀ ਤਰੀਕ ਦੀ ਘਟਨਾ ਜੇ ਭਲਾ ਕੋਈ ਯਾਦ ਜੇ ਤਰੀਕ? ਹਾਂਜੀ, ਇਹ 20 ਤਰੀਕ ਤੋਂ ਘਰੋਂ ਤੁਰੇ ਆ ਤੇ 20 ਤਰੀਕ ਤੋਂ ਇਹਨਾਂ ਦਾ ਇੱਕ ਐਕਸੀਡੈਂਟ ਹੋ ਗਿਆ। 20 ਤੋਂ ਸਵੇਰੇ 8 ਵਜੇ ਘਰੋਂ ਚੱਲੇ ਨੇ ਤੇ 10:30 ਵਜੇ ਇਹਨਾਂ ਨਾਲ ਇਹ ਕੰਮ ਬਣ ਗਿਆ ਰਾਤ। ਠੀਕ, 20 ਫਰਵਰੀ ਨੂੰ ਇਹ ਹਾਦਸਾ ਜਿਹੜਾ ਵਾਪਰਿਆ। ਹੋਇਆ ਜੀ। ਠੀਕ, ਤੇ ਭੋਗ ਜਿਹੜਾ ਇਹ 1 ਤਰੀਕ ਨੂੰ ਪਿਆ? ਹਾਂ, ਭੋਗ ਜਿਹੜਾ 1 ਤਰੀਕ ਨੂੰ ਪਿਆ।
ਕੁਝ ਕਿਸਾਨ ਜਥੇਬੰਦੀਆਂ ਆਈਆਂ ਭੋਗ ਤੇ, ਬਹੁਤ ਜ਼ਿਆਦਾ ਆਈਆਂ ਜਥੇਬੰਦੀਆਂ। ਕੁਝ ਕਿਸੇ ਵੱਲੋਂ ਕੋਈ ਸਹਾਇਤਾ ਸੇਵਾ? ਉਹ ਬਾਹਰੋਂ ਸਾਡੇ ਜਿਹੜੇ ਬੱਚੇ ਆ ਆਂਦੇ ਤਾਂ ਕੁਛ ਉਹਨਾਂ ਦੇ, ਸਾਨੂੰ ਤਾਂ ਕੋਈ ਪਤਾ ਨਹੀਂ ਆ। ਦੋਵਾਂ ਜਾਣਿਆਂ ਨੇ 50,000 ਰੁਪਈਆ ਭੇਜਿਆ ਵਾ, ਪਤਾ ਨਹੀਂ ਕਿ ਉਹ ਜਥੇਬੰਦੀਆਂ ਦਾ ਵਾ ਜਾਂ ਉਹ। ਤੁਹਾਡੇ ਹੱਥ 'ਚ ਆਏ ਪੈਸੇ ਕਿ ਜੇ ਅਨਾਉਂਸ ਹੀ ਹੋਏ ਆ? ਨਹੀਂ ਉਹ ਜਿਹੜਾ ਲੱਖ ਰੁਪਈਆ ਵਾ ਨਾ, 50,000 ਰੁਪਈਆ, ਉਹ ਮੈਨੂੰ ਦੇ ਕੇ ਗਏ ਆ। ਉਹ ਤੁਹਾਨੂੰ ਦੇ ਗਏ? ਹਾਂ, ਉਹ ਦੇ ਗਏ ਆ। ਠੀਕ ਹੈ, ਜਥੇਬੰਦੀਆਂ ਵੱਲੋਂ ਚਲੋ ਕੁਛ ਨਾ ਕੁਛ ਜਿਹੜੀ ਆ ਉਹ ਕਾਰਵਾਈ ਕੀਤੀ ਜਾ ਪਤਾ ਨਹੀਂ ਰਹੀ ਵੀ ਹੈ। ਉਹ ਹੁਣ ਵੀ ਆਪਣੇ ਵੀਰ ਭਰਾ ਨੇ ਕਿ ਜਥੇਬੰਦੀਆਂ ਵਾ, ਇਹ ਤੇ ਮੈਂ ਕੁਝ ਕਹਿ ਨਹੀਂ ਸਕਦੀ, ਨਾ ਮੈਨੂੰ ਕੋਈ ਸਮਝੀ ਸੀ। ਆਇਆ ਵਾ 13 ਲੱਖ ਰੁਪਈਆ ਭੇਜਿਆ ਵਾ। 1 ਲੱਖ ਰੁਪਈਆ ਸੰਗਤ ਜੀ ਇਹਨਾਂ ਨੂੰ ਜਥੇਬੰਦੀਆਂ ਵੱਲੋਂ ਆਇਆ ਸੀਗਾ ਤੇ ਉਸ ਦਿਨ ਭੋਗ ਦੇ ਦੌਰਾਨ ਅਸੀਂ ਵੀ ਪਹੁੰਚਣਾ ਸੀਗਾ। ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਸਾਡਾ 50,000 ਰੁਪਈਆ ਜਿਹੜਾ ਭੋਗ ਵਾਲੇ ਦਿਨ ਅਨਾਉਂਸ ਕਰ ਦਿੱਤਾ ਗਿਆ ਸੀ, ਜਿਹੜਾ ਅੱਜ ਅਸੀਂ ਇਹਨਾਂ ਦੇ ਸਪੁਰਦ ਕਰ ਦਿਆਂਗੇ। ਤੇ ਗੱਲ ਇਹ ਆ ਵੀ ਚਾਹੇ ਲੱਖਾਂ ਰੁਪਈਏ ਦੇ ਦਈਏ, ਜਿਹੜੇ ਘਰਾਂ ਦੇ ਵਿੱਚੋਂ ਇੱਕ ਵਾਰੀ ਜੀ ਚਲੇ ਜਾਂਦੇ ਨੇ ਉਹ ਵਾਪਸ ਨਹੀਂ ਮੁੜਦੇ। ਸਰਕਾਰ ਅਜੇ ਤੱਕ ਬਜੇਦਾ ਹੈ, ਪਤਾ ਨਹੀਂ ਕਿੰਨੀਆਂ ਲਾਸ਼ਾਂ ਹੋਰ ਗਿਣਨਾ ਚਾਹੁੰਦੀ ਹੈ ਭਈ ਕਿੰਨੇ ਸਾਡੇ ਕਿਸਾਨ ਵੀਰ ਹਾਦਸਿਆਂ 'ਚ ਹਾਰਟ ਅਟੈਕ ਨਾਲ ਬਿਮਾਰ ਹੋ ਕੇ ਆਪਣੀਆਂ ਜਾਨਾਂ ਗਵਾ ਚੁੱਕੇ ਆ, ਪਰ ਸਰਕਾਰ ਅਜੇ ਟਸ ਤੋਂ ਮਸ ਨਹੀਂ ਹੋ ਰਹੀ। ਇਹ ਜਿੱਦੀ ਰਵੱਈਆ ਸਰਕਾਰ ਦਾ ਜਿਹੜਾ ਇਹ ਪਤਾ ਨਹੀਂ ਅਜੇ ਕਿੰਨੀਆਂ ਕੁ ਜਾਨਾਂ ਹੋਰ ਲਏਗਾ, ਪਰ ਕਿਸਾਨ ਜਿਹੜੇ ਨੇ ਆਪਣੀ ਜਿੱਦ ਦੇ ਉੱਤੇ ਪੂਰੇ ਅੜੇ ਹੋਏ ਨੇ ਕਿ ਜਦ ਤੱਕ ਇਹ ਬਿੱਲ ਵਾਪਸ ਨਹੀਂ ਹੁੰਦੇ, ਇਹ ਰੱਦ ਨਹੀਂ ਹੁੰਦੇ, ਅਸੀਂ ਵਾਪਸ ਘਰਾਂ ਨੂੰ ਨਹੀਂ ਆਉਣਾ। ਔਰ ਵਾਕਿਆ ਹੀ ਸਰਦਾਰ ਜਗੀਰ ਸਿੰਘ ਹੁਣੀ ਗਏ ਜ਼ਰੂਰ, ਪਰ ਵਾਪਸ ਨਹੀਂ ਆਏ ਜਿਸ ਤਰ੍ਹਾਂ ਆਉਣਾ ਚਾਹੀਦਾ ਸੀਗਾ। ਨਹੀਂ ਉਹ ਵੀ ਆਂਦੇ ਵੀ ਨਹੀਂ ਆਉਣਾ। ਅੱਛਾ, ਉਹ ਆਂਦੇ ਜਾਣ ਦਾ ਪਤਾ, ਆਉਣ ਦਾ ਪਤਾ ਹੀ ਕੋਈ ਨਹੀਂ। ਠੀਕ। ਇੰਨੀ ਗੱਲ ਕਹਿ ਕੇ ਗਏ ਆ ਵੀ ਜਾਣ ਦਾ ਪਤਾ ਵਾ, ਆਉਣ ਦਾ ਕੋਈ ਪਤਾ ਨਹੀਂ, ਤੇ ਨਹੀਂ ਆਏ। ਜ਼ਮੀਨ ਕਿੰਨੀ ਕੁ ਜੇ ਮਾਤਾ ਜੀ ਤੁਹਾਡੀ? 4 ਕਿੱਲੇ ਜ਼ਮੀਨ ਜੀ। 4 ਕਿੱਲੇ। ਤੇ ਬੱਚੇ ਕਿੰਨੇ ਤੁਹਾਡੇ? ਬੱਚੇ 2 ਬੇਟੇ 2 ਬੇਟੀਆਂ। ਅੱਛਾ, 4 ਕਿੱਲੇ ਦੇ ਨਾਲ ਅੱਜ ਦੇ ਮਹਿੰਗਾਈ ਦੇ ਯੁੱਗ ਦੇ ਵਿੱਚ ਨੀਨਾ ਪੂਰਾ ਪਟਿਆ ਤੇ ਫੇਰ ਹੀ ਕਿੱਲਾ ਉਹਨਾਂ ਵੇਚਿਆ ਨਾ। ਅੱਛਾ, 1 ਕਿੱਲਾ ਵਿਕ ਗਿਆ ਵਿੱਚ। ਹੁਣ ਕਿੱਲਾ 2 ਮਹੀਨੇ ਹੋਇਆ ਕਿੱਲਾ ਵੇਚ ਕੇ ਉਹਨਾਂ ਆਪਣਾ ਕਰਜ਼ਾ ਲਾਇਆ। ਸਾਸੰਗ ਜੀ ਲਗਭਗ ਪਰਿਵਾਰ ਦੇ ਦੱਸਣ ਮੁਤਾਬਕ ਕਿੰਨਾ ਕੁ ਕਰਜ਼ਾ ਸੀ? ਕਰਜ਼ੇ ਦਾ ਤਾਂ ਆਦਮੀਆਂ ਨੂੰ ਪਤਾ। ਕਿੱਲਾ ਪੂਰਾ ਵੇਚ ਕੇ ਕਰਜ਼ਾ ਹੀ ਲੱਥਾ? ਹਾਂ, ਪੂਰਾ ਕਰਜ਼ਾ ਹੀ ਲੱਥਾ, 1 ਕਿੱਲਾ ਵੇਚ। ਮਤਲਬ 18 ਤੋਂ 20 ਲੱਖ ਰੁਪਏ ਦਾ ਕਰਜ਼ਾ ਹੋਏਗਾ, ਕਿਉਂਕਿ ਜੇ ਇੱਥੇ 20-25 ਲੱਖ ਰੁਪਈਆ ਵੀ ਰੇਟ ਕਿੱਲੇ ਦਾ ਹੋਵੇ ਤੇ ਉਹਦੇ ਅਕੋਰਡਿੰਗਲੀ 1 ਕਿੱਲਾ ਵੇਚ ਕੇ ਮਸਾਂ ਕਰਜ਼ਾ ਹੀ ਕਲੀਅਰ ਹੋਇਆ। ਤੇ ਜੋ ਵੀ ਸਾਡੀ ਸੰਸਥਾ ਵੱਲੋਂ ਹੁਕਮ ਹੈ ਕਿ ਸਾਡੇ ਬੱਚੇ gofundme.com ਦੇ ਪਲੇਟਫਾਰਮ ਦੇ ਉੱਤੇ ਜਿਹੜੇ ਪੈਸੇ ਇਕੱਤਰ ਕਰ ਰਹੇ ਨੇ ਅਮਰੀਕਾ ਦੇ ਵਿੱਚ, ਉਹ ਸਾਡੇ ਕੋਲ ਜੋ ਆਏ ਸੀਗੇ ਉਹ ਅਸੀਂ ਇਹਨਾਂ ਪਰਿਵਾਰਾਂ ਨੂੰ ਜਿਹੜਾ ਹੌਲੀ ਹੌਲੀ ਦੇ ਰਹੇ ਸੀ। ਉਸ ਤੋਂ ਬਾਅਦ ਜਾਂਚ ਏਜੰਸੀਆਂ ਦੇ ਵਿਘਨ ਕਰਕੇ ਸਾਡੇ ਕੰਮ ਦੇ ਵਿੱਚ ਥੋੜ੍ਹੀ ਜੀ ਵਿਘਨ ਆਇਆ। ਹੁਣ ਵੀ ਇਹਨਾਂ ਪਰਿਵਾਰਾਂ ਦੇ ਅਸੀਂ ਅਕਾਊਂਟ ਨੰਬਰ ਜਿਹੜੇ ਆ ਉਹ ਪਰਿਵਾਰਾਂ ਤੱਕ ਭੇਜ ਦੇਣੇ ਆ, ਤੇ ਜਿਹੜੇ ਭੇਜ ਦਿੱਤੇ ਗਏ ਸੀਗੇ ਕੁਝ ਉਹਨਾਂ ਦੇ ਇਹਨਾਂ ਦੇ ਖਾਤਿਆਂ 'ਚ ਪੈਸੇ ਆ ਗਏ ਆ। ਤੇ ਅੱਜ ਉਸੇ ਸਿਲਸਿਲੇ ਦੇ ਵਿੱਚ 50,000 ਰੁਪਈਆ ਜਿਹੜਾ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਦੇ ਰਾਹੀਂ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹੋਏ ਇਹਨਾਂ ਦੇ ਸਪੁਰਦ ਕਰਨ ਜਾ ਰਹੇ ਹਾਂ ਜੀ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਰੱਖਣ, ਕਿਉਂਕਿ ਤੁਰ ਗਏ ਜੀਆਂ ਦਾ ਖਮਿਆਜ਼ਾ ਪੈਸਿਆਂ ਦੇ ਨਾਲ ਪੂਰਾ ਨਹੀਂ ਕੀਤਾ ਜਾ ਸਕਦਾ, ਪਰ ਜ਼ਿੰਦਗੀ ਜੀਂਦਿਆਂ ਪਿੱਛੇ ਹਰੇਕ ਚੀਜ਼ ਦੀ ਲੋੜ ਹੁੰਦੀ ਆ। ਪੈਸਾ ਵੀ ਬੜੇ ਕੰਮ ਪਿੱਛੇ ਕਰਦਾ ਹੈ। ਇਸ ਕਰਕੇ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ੍ਹ ਕੇ ਇਸ ਕਿਸਾਨ ਸੰਘਰਸ਼ ਦੇ ਵਿੱਚ ਸਹਿਯੋਗ ਦਿਓ, ਤਾਂ ਕਿ ਕਾਮਯਾਬੀ ਹਾਸਲ ਕਰ ਸਕਣ ਤੇ ਜਿਹੜੇ ਪਰਿਵਾਰ ਸਾਡੇ ਕੋਲੋਂ ਵਿਛੜ ਗਏ ਨੇ ਅਸੀਂ ਉਹਨਾਂ ਦਾ ਕੁਝ ਦੁੱਖ ਵੰਡਾ ਸਕੀਏ। ਕੋਈ ਐਸੀ ਗੱਲ ਬੀਬੀ ਜੀ ਜਿਹੜੀ ਤੁਸੀਂ ਸਾਰੀ ਸੰਗਤ ਨਾਲ ਕਰਨੀ ਚਾਹੁੰਦੇ ਹੋ? ਪੂਰੀ ਦੁਨੀਆ ਸੁਣ ਰਹੀ ਹੈ ਤੁਹਾਨੂੰ। ਮੈਂ ਤੇ ਇਹੋ ਨਹੀਂ, ਹੁਣ ਮੇਰੇ ਬੱਚਿਆਂ ਦਾ ਖਿਆਲ ਰੱਖਿਆ ਜਾਵੇ। ਹਾਂਜੀ, ਮੈਂ ਵੀ ਹੁਣ ਬਜ਼ੁਰਗ ਹੀ ਹਾਂ, ਕੋਈ ਸੱਟਾਂ ਬਹੁਤ ਜ਼ਿਆਦਾ ਵੱਜੀਆਂ ਨੇ, ਇਹ ਮੇਰੇ ਕੋਲ ਸੱਟ ਸਹੀ ਵੀ ਨਹੀਂ ਜਾ ਸਕਦੀ, ਤੇ ਇਹ ਹੁਣ ਬੱਚੇ ਨਿਆਣ ਸਿਆਣ ਵਾ, ਇਹਨਾਂ ਦੀ ਰਲ ਮਿਲ ਕੇ ਸਹਾਇਤਾ ਹੋਣੀ ਚਾਹੀਦੀ ਹੈ। ਬਿਲਕੁਲ ਜੀ, ਅਸੀਂ ਆਪਣੀ ਜਥੇਬੰਦੀ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਭਰੋਸਾ ਦਿਵਾਉਂਦੇ ਹਾਂ ਵੀ ਕਦੀ ਵੀ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਮੁਸ਼ਕਲ ਪ੍ਰੋਬਲਮ ਆਵੇ ਕਿਸੇ ਤਰ੍ਹਾਂ ਦੀ ਵੀ, ਤੁਸੀਂ ਅੱਜ ਸਾਡੇ ਨੰਬਰ ਤੁਹਾਡੇ ਕੋਲ ਆ ਜਾਣੇ ਆ ਤੇ ਤੁਸੀਂ ਸਾਡੇ ਨੰਬਰਾਂ ਤੇ ਸਾਨੂੰ ਸੰਪਰਕ ਕਰਿਓ। ਅਸੀਂ ਹਰੇਕ ਤੁਹਾਡੇ ਦੁੱਖ ਸੁੱਖ ਦੇ ਵਿੱਚ ਜ਼ਰੂਰ ਯਥਾ ਸੰਭਵ ਆਣ ਕੇ ਖਲੋਣ ਦਾ ਯਤਨ ਜਿਹੜਾ ਉਹ ਕਰਦੇ ਰਵਾਂਗੇ। ਬਹੁਤ ਮਿਹਰਬਾਨੀ ਹੈ ਜੀ। ਇਹ ਸਨ ਬੀਬੀ ਹਰਭਜਨ ਕੌਰ, ਸਰਦਾਰ ਜਗੀਰ ਸਿੰਘ ਜੀ ਦੀ ਧਰਮ ਪਤਨੀ, ਤੇ ਘਰ ਦੇ ਹਾਲਾਤ ਤੁਹਾਡੇ ਸਾਹਮਣੇ ਹੀ ਆ। ਸਧਾਰਨ ਜਿਹਾ ਕਿਸਾਨ ਪਰਿਵਾਰ ਆ, ਤੇ ਪਰ ਜਾਗਦੀ ਜ਼ਮੀਰ ਵਾਲਾ, ਜ਼ਮੀਨ ਬੇਸ਼ੱਕ ਥੋੜ੍ਹੀ, ਪਰ ਉੱਥੇ ਆਪਣਾ ਹਿੱਸਾ ਪਾਉਣ ਜਾਂਦੇ ਹੋਏ ਰਸਤੇ 'ਚ ਇੱਕ ਹਾਦਸੇ ਦੇ ਵਿੱਚ ਇਹਨਾਂ ਦੀ ਜਾਨ ਚਲੀ ਗਈ ਸੀ। ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਤੇ ਸਭ ਲੋਕ ਅਰਦਾਸ ਕਰਿਆ ਕਰੋ, ਰੋਜ਼ ਤੁਸੀਂ ਅਰਦਾਸ ਕਰਦੇ ਹੋ ਜਿਹੜੇ ਗੁਰਸਿੱਖ ਸਵੇਰੇ ਸ਼ਾਮ
ਇਸ ਅੰਦੋਲਨ ਦੀ ਕਾਮਯਾਬੀ ਲਈ। ਸ਼ਾਇਦ ਕਿਤੇ ਸਰਕਾਰਾਂ ਦਾ ਮਨ ਪਿਘਲੇ ਤੇ ਉਹ ਕਿਸਾਨ ਵੀਰ ਸਾਡੇ ਕਾਮਯਾਬ ਹੋ ਕੇ ਘਰ ਨੂੰ ਵਾਪਸ ਆ ਸਕਣ। ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅਸੀਂ ਆਪਣੇ ਵਾਅਦੇ ਮੁਤਾਬਕ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਦੇ ਰਾਹੀਂ gofundme.com ਦੇ ਪਲੇਟਫਾਰਮ ਤੇ ਜਿਹੜੀ ਸੇਵਾ ਇਕੱਤਰ ਹੋ ਰਹੀ ਹੈ ਉਹ ਅਸੀਂ ਲਗਾਤਾਰ ਸ਼ਹੀਦ ਕਿਸਾਨਾਂ ਦੇ ਘਰਾਂ ਦੇ ਵਿੱਚ ਪਹੁੰਚਾ ਰਹੇ ਹਾਂ। ਔਰ ਅੱਜ ਇਹ 38ਵਾਂ ਕਿਸਾਨ ਪਰਿਵਾਰ ਹੈ ਜਿਹਦੇ ਲਈ ਜਿਹੜੀ ਇਹ ਸੇਵਾ ਜਿਹੜੀ ਆ ਸਾਡੀ ਸੰਸਥਾ ਵੱਲੋਂ ਜਿਹੜੀ ਆ ਇਸ ਪਰਿਵਾਰ ਤੱਕ ਪਹੁੰਚਾਈ ਜਾ ਰਹੀ ਹੈ। ਤੇ ਇਹ ਸੇਵਾ ਜਿਹੜੀ ਆ ਅੱਜ ਅਸੀਂ ਸਤਿਕਾਰਯੋਗ ਬੀਬੀ ਹਰਭਜਨ ਕੌਰ ਜੋ ਕਿ ਧਰਮ ਪਤਨੀ ਨੇ ਸਰਦਾਰ ਜਗੀਰ ਸਿੰਘ ਜੀ, ਪਿੰਡ ਨਰਪੁਰ, ਜ਼ਿਲ੍ਹਾ ਗੁਰਦਾਸਪੁਰ ਦੇ ਵਾਸੀ ਸਨ। ਇੱਕ ਹਾਦਸੇ ਦੇ ਵਿੱਚ ਇਹਨਾਂ ਦੀ ਮੌਤ ਹੋ ਗਈ ਸੀ ਤੇ ਅੱਜ ਬਹੁਤ ਸਾਰੇ ਸਾਡੇ ਨਾਲ ਵੱਖ-ਵੱਖ ਜਥੇਬੰਦੀਆਂ ਦੇ ਕਿਸਾਨ ਆਗੂ ਤੇ ਇਲਾਕੇ ਦੀਆਂ ਮੌਜੂਦ ਹਸਤੀਆਂ ਸਾਡੇ ਨਾਲ ਨੇ। ਇਹਨਾਂ ਨਾਲ ਵੀ ਅਸੀਂ 2-2 ਮਿੰਟ ਲਈ ਗੱਲ ਜ਼ਰੂਰ ਆਪਾਂ ਕਰਨੀ ਚਾਹਾਂਗੇ ਕਿ ਸਾਡੀ ਸੰਸਥਾ ਦਾ ਉਪਰਾਲਾ ਇਹਨਾਂ ਨੂੰ ਕਿਵੇਂ ਲੱਗਦਾ, ਤੇ ਕਿਉਂਕਿ ਇਹ ਕੰਮ ਇਹ ਸਰਕਾਰਾਂ ਦੇ ਨੇ। ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਜਿਵੇਂ ਇਸ ਤਰ੍ਹਾਂ ਦੇ ਜਿਹੜੇ ਕਿਸਾਨ ਸ਼ਹੀਦ ਹੋ ਰਹੇ ਨੇ ਉਹਨਾਂ ਨੂੰ 5-5 ਲੱਖ ਦੀ ਸਹਾਇਤਾ ਦੇ ਰਹੇ ਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ 1-1 ਲੱਖ ਰੁਪਏ ਦਾ ਜਿਹੜੀ ਹੈ ਸੇਵਾ ਆ ਰਹੀ ਹੈ। ਕੁਝ ਹੋਰ ਜਥੇਬੰਦੀਆਂ ਵੀ, ਵਿਦੇਸ਼ੀ NRI ਭੈਣ ਭਰਾ ਨੇ ਸਾਡੇ, ਕੁਝ ਚੈਨਲ ਹੋਰ ਵੀ ਨੇ ਜਿਹੜੇ ਸਾਨੂੰ ਜਾਣਕਾਰੀ ਮਿਲੀ ਆ ਕਿ ਉਹ ਵੀ ਸੇਵਾ ਕਰ ਰਹੇ ਆ। ਉਹਨਾਂ ਦੇ ਬਾਰੇ ਵੀ ਪਰਿਵਾਰ ਨਾਲ ਅਸੀਂ ਜਾਣਕਾਰੀ ਇਹਨਾਂ ਨੂੰ ਦੱਸਾਂਗੇ ਕਿ ਉੱਥੋਂ ਇਹ ਕਲੀਅਰ ਕਰਕੇ ਤੇ ਉਹਨਾਂ ਨਾਲ ਵੀ ਇਹ ਕੰਟੈਕਟ ਕਰਨ। ਇਹ ਵਕਤ ਹੈ, ਇਸ ਵਕਤ ਸਾਰਿਆਂ ਨੂੰ, ਸਾਨੂੰ ਸਾਰੇ ਆਪਣੇ ਮਤਭੇਦ ਭੁਲਾ ਕੇ ਇਕਜੁੱਟ, ਇੱਕ ਮੁੱਠ ਹੋ ਕੇ, ਇੱਕ ਪਲੇਟਫਾਰਮ ਥੱਲੇ ਇਕੱਠੇ ਹੋ ਕੇ ਤੇ ਸਰਕਾਰ ਨਾਲ ਆਪਣੀਆਂ ਮੰਗਾਂ ਮਨਵਾਉਣ ਲਈ ਜਿਹੜੀ ਜਦੋਜਹਿਦ ਕਰਨ ਦਾ। ਜਦੋਂ ਅਸੀਂ, ਕਿਉਂਕਿ ਸਰਕਾਰ ਡਿਵਾਈਡ ਐਂਡ ਰੂਲ ਦੀ ਪਾਲਿਸੀ ਦੇ ਉੱਤੇ ਜਿਵੇਂ ਕੋਈ ਪਿਛਲੇ ਦਿਨੀ ਕੁਝ ਘਟਨਾਵਾਂ ਹੋਈਆਂ ਕਿ ਜਿਵੇਂ ਸੀਨੀਅਰ ਕਿਸਾਨ ਆਗੂਆਂ ਤੇ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਦੇ ਵਿੱਚ ਇੱਕ ਫੁੱਟ ਪਾਉਣ ਦਾ ਬੜਾ ਵੱਡਾ ਯਤਨ ਕੀਤਾ ਗਿਆ ਔਰ ਉਹਦੇ ਵਿੱਚ ਸਫਲਤਾ ਉਹਨਾਂ ਨੂੰ ਨਹੀਂ ਮਿਲੀ। ਸਾਡੇ ਨੌਜਵਾਨ ਜਿਹੜੇ ਵੀਰ ਨੇ ਉਹ ਵੀ ਸਮਝਦੇ ਨੇ, ਬਜ਼ੁਰਗਾਂ ਦਾ ਇੱਕ ਆਪਣਾ ਤਜਰਬਾ ਹੈ, ਉਹਨਾਂ ਦੀ ਉਮਰਾਂ ਦੇ ਇੱਕ ਹਿੱਸੇ ਬੀਤੇ ਨੇ ਸੰਘਰਸ਼ ਕਰਦਿਆਂ ਹੋਇਆਂ। ਨੌਜਵਾਨਾਂ ਦੇ ਜੋਸ਼ ਤੋਂ ਬਿਨਾਂ ਵੀ ਕੋਈ ਪ੍ਰਾਪਤੀ ਕਰਨੀ ਸੰਭਵ ਨਹੀਂ ਹੁੰਦੀ। ਇਸ ਕਰਕੇ ਜੋਸ਼ ਤੇ ਹੋਸ਼ ਦਾ ਇਹ ਤਾਲਮੇਲ ਬਣਾ ਕੇ ਇਸ ਲੜਾਈ ਨੂੰ ਇਸੇ ਤਰ੍ਹਾਂ ਹੀ ਅਸੀਂ ਜਾਰੀ ਰੱਖਣਾ। ਬਾਕੀ ਗੱਲ ਕਰਦੇ ਹਾਂ ਜੀ ਆਪਾਂ ਕਿਸਾਨ ਵੀਰਾਂ ਦੇ ਨਾਲ, ਸਾਡੇ ਕਿਸਾਨ ਜਿਹੜੇ ਜਥੇਬੰਦੀਆਂ ਦੇ ਆਗੂ ਤੇ ਕੁਝ ਮੌਜੂਦ ਹਸਤੀਆਂ ਆਈਆਂ ਉਹਨਾਂ ਨਾਲ ਵੀ ਗੱਲ ਕਰਦੇ ਰਹਾਂਗੇ। ਇਸ ਵਕਤ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਆਏ ਹੋਏ ਕੁਝ ਮੌਜੂਦ ਮਹਿਮਾਨ ਨੇ ਸਾਡੇ ਨਾਲ, ਇਹਨਾਂ ਨਾਲ ਗੱਲ ਕਰਦੇ ਹਾਂ। ਔਰ ਸਰਦਾਰ ਬਲਬੀਰ ਸਿੰਘ ਜੀ ਰੰਧਾਵਾ ਸਾਹਿਬ ਨੇ, ਇਹਨਾਂ ਨਾਲ ਗੱਲ ਕਰਦੇ ਹਾਂ ਭਈ ਕਿਸਾਨ ਸੰਘਰਸ਼ ਇਸ ਵਕਤ ਇਹਨਾਂ ਦੀਆਂ ਨਜ਼ਰਾਂ 'ਚ ਕਿੱਥੇ ਕੁ ਖੜਾ, ਕਿਉਂਕਿ ਕਈ ਉਤਰਾਅ ਚੜ੍ਹਾਅ ਆਏ ਇਸ ਕਿਸਾਨ ਮੋਰਚੇ ਦੇ ਦੌਰਾਨ। ਇਹ ਇਹਨਾਂ ਦੀ ਵਿਲ ਪਾਵਰ ਕਿੱਥੇ ਕੁ ਜੇ ਖੜੀ ਆ, ਇਹ ਗੱਲ ਕਰਦੇ ਹਾਂ ਜੀ। ਰੰਧਾਵਾ ਸਾਹਿਬ, ਬਹੁਤ ਸਾਰੀਆਂ ਜਾਨਾਂ ਜਾ ਰਹੀਆਂ, ਮੇਰਾ ਖਿਆਲ ਜੇ ਇੱਕ ਮੋਟੀ ਜੀ ਗਿਣਤੀ ਕਰਾਂ 350 ਦੇ ਕਰੀਬ ਸਾਡੇ ਕਿਸਾਨ ਵੀਰ ਜਾਨਾਂ ਤੋਂ ਜਾ ਚੁੱਕੇ ਆ ਔਰ ਸੰਘਰਸ਼ ਅਜੇ ਸਰਕਾਰ ਆਪਣੀ ਜਿੱਦ ਤੇ ਉਸੇ ਤਰ੍ਹਾਂ ਅੜੀ ਹੋਈ ਆ। ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣ ਜਾ ਰਿਹਾ? ਜੋ ਕੁਝ ਹੋਣ ਜਾ ਰਿਹਾ ਉਹ ਜਿਵੇਂ ਪੰਜਾਬੀ ਦਾ ਖਾਣਾ ਕੰਧ ਤੇ ਲਿਖਿਆ ਜੀ ਕਿ ਲੋਕਾਂ ਨੇ ਜਿੱਤਣਾ। ਇਹ ਮੋਰਚਾ ਜਿਹੜਾ ਇਹ ਲੋਕਾਂ ਦਾ, ਲੋਕਾਂ ਦੁਆਰਾ, ਲੋਕਾਂ ਲਈ ਚੱਲ ਰਿਹਾ ਨਾ, ਭਾਵੇਂ ਕਿਸਾਨ ਅੰਦੋਲਨ ਦਾ, ਪਰ ਇੱਕ ਲੋਕ ਅੰਦੋਲਨ ਬਣ ਚੁੱਕਿਆ। ਤੇ ਇਤਿਹਾਸ ਗਵਾਹ ਆ ਕਿ ਜਦੋਂ ਕੋਈ ਅੰਦੋਲਨ ਜਿਹੜਾ ਉਹ ਲੋਕਾਂ ਦਾ ਬਣ ਜਾਂਦਾ ਉਹਨੂੰ ਕੋਈ ਦੁਨੀਆ ਦੀ ਤਾਕਤ ਕਦੀ ਹਰਾ ਨਹੀਂ ਸਕੀ। ਇਸ ਕਰਕੇ ਸਾਡੀ ਜਿੱਤ ਜਿਹੜੀ ਆ ਉਹ ਅਟੱਲ ਹੈ, ਉਹ ਲਿਖੀ ਹੋਈ ਹੈ, ਉਹ ਹੋਣੀ ਹੈ, ਇਹਦੇ ਵਿੱਚ ਕੋਈ ਸ਼ੱਕ ਸ਼ੁਬੇ ਵਾਲੀ ਗੱਲ ਹੀ ਨਹੀਂ ਜੀ। ਵੇਖੋ, ਜਿੱਥੋਂ ਤੱਕ ਤੁਹਾਡੀ ਸੰਸਥਾ, ਤੁਹਾਡੀ ਨਹੀਂ, ਇਹਨੂੰ ਮੈਂ ਆਪਣੀ ਸੰਸਥਾ ਕਹਾਂਗਾ, ਗੁਰਮਤ ਨਾਲ ਜੁੜੀ ਹੋਈ, ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ਜੁੜੀ ਹੋਈ, ਇਹ ਸਾਡੀ ਸੰਸਥਾ ਲੋਕਾਂ ਦੀ ਸੰਸਥਾ ਵਾ, ਸੰਗਤ ਦੀ ਸੰਸਥਾ ਹੈ। ਇਸ ਕਰਕੇ ਇਹਦਾ ਰੋਲ, ਜਿਹੜੀ ਭੂਮਿਕਾ ਤੁਹਾਡੀ ਆ ਉਹ ਸਾਡੀ ਆਪਣੀ ਆ, ਉਹ ਤੁਸੀਂ ਇਹੀ ਨਿਭਾਉਣੀ ਆ, ਇਹੀ ਉੱਚੀ ਸੁੱਚੀ। ਤੇ ਜਿਹੜੀ ਇਹ ਅੱਤ ਲੋੜੀਂਦਾ ਜਿਹੜਾ ਤੁਸੀਂ ਕਾਰਜ ਕਰ ਰਹੇ ਹੋ, ਇਹਦੇ ਵਾਸਤੇ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਨੂੰ ਲੱਗਦਾ ਕਿ ਸਾਡਾ ਕਾਰਜ ਹੀ ਹੋ ਰਿਹਾ। ਉਹ ਜਿਹੜੇ ਕਾਰਜ ਅਸੀਂ ਨਹੀਂ ਕਰ ਪਾ ਰਹੇ ਉਹ ਤੁਸੀਂ ਕਰ ਰਹੇ ਹੋ, ਉਹਦੇ ਵਾਸਤੇ ਅਸੀਂ ਸੰਯੁਕਤ ਮੋਰਚੇ ਵੱਲੋਂ ਤੁਹਾਡੇ ਹੱਥ ਹੀ ਧੰਨਵਾਦੀ ਹਾਂ, ਸ਼ੁਕਰਾਨਾ ਤੁਹਾਡਾ। ਭਈ ਕਿਤੇ ਨਾ ਕਿਤੇ ਜਿੰਨੇ ਸਿਆਸੀ ਲੋਕ ਨੇ, ਸਿਆਸੀ ਪਾਰਟੀਆਂ ਨੇ, ਇਸ ਕਿਸਾਨ ਅੰਦੋਲਨ 'ਚ ਹਾਸ਼ੀਏ ਤੇ ਚਲੇ ਗਏ ਨੇ। ਲੋਕ ਚਾਹੁੰਦੇ ਹੀ ਨਹੀਂ ਵੀ ਕੋਈ ਸਿਆਸੀ ਬੰਦਾ ਸਾਡੇ ਕਿਸਾਨ ਅੰਦੋਲਨ ਦੀ ਸਟੇਜ ਤੇ ਆਣ ਕੇ ਗੱਲ ਕਰੇ। ਕਿਉਂ ਹਾਲਾਤ ਬਣਦੇ ਜਾ ਰਹੇ ਇਸ ਤਰ੍ਹਾਂ ਦੇ? ਤੁਸੀਂ ਜਿਹੜੀ ਗੱਲ ਕੀਤੀ ਆ, ਜਿਹੜੇ ਲੋਕ ਸਾਰੀਆਂ ਸਿਆਸੀ ਪਾਰਟੀਆਂ ਤੋਂ ਅੱਕੇ ਹੋਏ ਨੇ, ਸਮੇਤ BJP, ਕਾਂਗਰਸ, ਅਕਾਲੀ, ਆਮ ਆਦਮੀ ਪਾਰਟੀ, ਜਿੰਨੀਆਂ ਵੀ ਹੈਗੀਆਂ ਪਾਰਟੀਆਂ, ਕਿਸੇ ਨੇ ਅੱਜ ਤੱਕ ਆਪਣਾ ਮੈਨੀਫੈਸਟੋ ਜਾਰੀ ਤੇ ਕਰਦੇ ਆ ਪਰ ਲਾਗੂ ਨਹੀਂ ਕੀਤਾ। ਅੱਜ ਤੱਕ ਪੂਰਾ ਕਦੀ ਕਿਸੇ ਨੇ ਨਹੀਂ, ਕਦੇ ਨਹੀਂ ਕਿਸੇ ਨੇ ਕੀਤਾ, ਕਦੇ ਨਹੀਂ, ਨਾ ਹੋਣ ਵਾਲੀ ਸਰਕਾਰਾਂ ਨੇ, ਨਾ ਪਹਿਲਾਂ ਕਦੀ ਕਿਸੇ ਨੇ ਕੀਤਾ ਵਾ। ਇਸ ਕਰਕੇ ਇਹ ਲੋਕ ਅੱਕੇ ਪਏ ਸੀਗੇ। ਲੋਕ ਚਾਹੁੰਦੇ ਸੀ ਕੋਈ ਰਾਹ ਲੱਭੇ। ਦੇਖੋ ਬੇਰੁਜ਼ਗਾਰੀ ਕਿੰਨੀ ਹੋ ਗਈ ਆ, ਕਰਪਸ਼ਨ ਕਿੰਨੀ ਹੋ ਗਈ ਆ, ਕੁੰਭਾ ਪਰਵਰੀ ਕਿੰਨੀ ਹੋ ਗਈ ਆ, ਮਹਿੰਗਾਈ ਕਿੰਨੀ ਵੱਧ ਗਈ ਆ। ਲੋਕ ਤਾਂ ਅੱਕੇ ਪਏ ਸੀ। ਲੋਕਾਂ ਨੂੰ ਇਸ ਕਿਸਾਨ ਅੰਦੋਲਨ ਨੇ ਰਾਹ ਦੱਸਿਆ ਵਾ।
ਇਸ ਰਾਹ ਤੇ ਹੁਣ ਜਵਾਨੀ ਵੀ ਤੁਰ ਪਈ ਆ ਤੇ ਕਿਸਾਨੀ ਵੀ ਤੁਰ ਪਈ ਆ ਤੇ ਆਮ ਲੋਕ ਤੁਰ ਪਏ ਨੇ। ਉਹ ਮਹਿਸੂਸ ਕਰਦੇ ਆ ਵੀ ਇਹ ਯੁੱਧ ਜਦੋਂ ਜਿੱਤਿਆ ਗਿਆ ਤੇ ਸਾਨੂੰ ਕਾਫੀ ਜ਼ਿਆਦਾ ਰਾਹਤਾਂ ਮਿਲ ਗਿਆ ਤੇ ਆਉਣ ਵਾਲੇ ਸਮੇਂ 'ਚ ਇਹਨਾਂ ਸਮੁੱਚੇ ਕਰਨ ਦਾ ਨਿੱਜੀਕਰਨ ਨਹੀਂ ਹੋਊਗਾ। ਇਹ ਨਿੱਜੀਕਰਨ ਦੀ ਨੀਤੀ ਆ, ਜਿੱਦਾਂ ਸੜਕਾਂ ਦਾ ਨਿੱਜੀਕਰਨ ਕਰਤਾ, ਰੋਡਵੇਜ਼ ਦਾ ਨਿੱਜੀਕਰਨ ਕਰਤਾ, ਬਿਜਲੀ ਦਾ ਕਰਤਾ, ਪਾਣੀ ਦਾ ਕਰਤਾ, ਹਰ ਇੱਕ ਦਾ ਨਿੱਜੀਕਰਨ ਕਰਤਾ, ਰੇਲਵੇ ਦਾ ਵੀ ਕਰ ਦੇਣ ਲੱਗੇ ਆ, ਸਕੂਲਾਂ 에ਅਰਪੋਰਟ ਵੀ ਕਰਤੇ, ਸਕੂਲਾਂ ਦਾ ਵੀ ਕਰਤਾ, 에ਅਰਪੋਰਟ ਕਰਤੇ, ਹਸਪਤਾਲਾਂ ਦਾ ਕਰਤਾ। ਹੁਣ ਸਮੁੱਚੇ ਤੌਰ ਤੇ ਮੋਦੀ ਸਰਕਾਰ ਨੇ, ਸਾਰੀਆਂ ਸਰਕਾਰਾਂ ਦਾ ਇੱਕੋ ਖਾਸਾ ਵੀ ਇਹ ਸਭ ਨਿੱਜੀਕਰਨ ਕਰ ਦਿਓ, ਆਪਣੇ ਗਲੋਂ ਲਾ ਦਿਓ। ਜੇ ਲੋਕਾਂ ਦੇ ਮਸਲੇ ਹੱਲ ਨਹੀਂ ਕਰਨੇ, ਲੋਕਾਂ ਦੇ ਕੁੱਲੀ ਜੁੜੀ ਦਾ ਮਸਲਾ ਹੱਲ ਨਹੀਂ ਕਰਨਾ, ਲੋਕਾਂ ਦੇ ਆਮ ਮਸਲੇ ਹੱਲ ਨਹੀਂ ਕਰਨੇ, ਪਰ ਸਰਕਾਰ ਦਾ ਕੀ ਕੰਮ ਆ? ਸਰਕਾਰ ਸਿਰਫ ਚਾਹੁੰਦੀ ਆ ਵੀ ਠੇਕੇ ਦੇ ਸਭ ਕੁਝ ਦੇ ਦਿਓ, ਵੇਚ ਦਿਓ ਤੇ ਆਪ ਆਪਣੇ ਲੁੱਟੀ ਜਾਓ ਜਿੱਦਾਂ ਲੁੱਟਿਆ ਜਾਂਦਾ। ਇਹ ਅੱਕੇ ਹੋਏ ਲੋਕ, ਇਹਨਾਂ ਲੋਕਾਂ ਨੇ ਸਿਆਸਤਾਂ ਨੂੰ ਧੱਕ ਦਿੱਤਾ, ਕੰਢੇ ਉੱਤੇ ਕਿਨਾਰੇ ਤੇ ਕਰਤਾ ਵਾ। ਹੁਣ ਆਪਣਾ ਰਾਹ ਲੱਭਦੇ ਫਿਰਦੇ ਆ। ਇਸ ਕਰਕੇ ਉਹਨਾਂ ਦੀ ਮਜਬੂਰੀ ਵੀ ਆ ਵੀ ਇਸ ਵੇਲੇ ਕਿਸਾਨੀ ਘੋਲ ਦੀ ਹਮਾਇਤ ਕੀਤੀ ਜਾਵੇ। ਜੇ ਹੀ ਮੈਂ ਬੜਾ ਕਲੀਅਰ ਕਰਨਾ ਚਾਹੁੰਦੇ ਹਾਂ ਸੰਯੁਕਤ ਮੋਰਚੇ ਵੱਲੋਂ, ਜੇ ਅਸੀਂ ਜਿੱਤਨੇ ਆ, ਹਿੰਦੁਸਤਾਨ ਦਾ ਭਵਿੱਖ ਹੋਰ ਹੋਊਗਾ। ਜੇ ਕਿਤੇ ਇੱਦਾਂ ਦੀ ਘਟਨਾ 26 ਜਨਵਰੀ ਵਰਗੀ ਫੇਰ ਹੋ ਗਈ, ਫਿਰ ਕਿਸੇ ਨੇ ਇੱਦਾਂ ਦੀ ਗਦਾਰੀ ਕੀਤੀ, ਫਿਰ ਕਿਤੇ ਸਰਕਾਰ ਦੀ ਸਾਜ਼ਿਸ਼ ਦਾ ਸ਼ਿਕਾਰ ਹੋ ਗਿਆ, ਕੋਈ ਵਿੱਚੋਂ ਗਦਾਰ ਹੋ ਗਿਆ, ਤਾਂ ਫਿਰ ਵੱਡਾ ਨੁਕਸਾਨ ਹੋਊਗਾ, ਫਿਰ ਭਵਿੱਖ ਉਲਟ ਪਾਸੇ ਜਾਊਗਾ ਸਾਡਾ। ਇਸ ਕਰਕੇ ਇਤਿਹਾਸਕ ਅੰਦੋਲਨ ਵਾ ਇਹ ਜਿਹੜਾ ਸ਼ਹੀਦ ਹੋਇਆ ਜਗੀਰ ਸਿੰਘ, ਜਾਂ ਸਾਡੇ 350 ਦੇ ਲਗਭਗ ਸ਼ਹੀਦ ਹੋਏ ਕਿਸਾਨ, ਇਹ ਅਮਰ ਨੇ। ਜਦੋਂ ਇਹ ਇਤਿਹਾਸ ਲਗਾਤਾਰ ਨਵਾਂ ਇਤਿਹਾਸ ਬਣਿਆ ਤੇ ਸਦੀਆਂ ਤੱਕ ਰਹਿਣਾ, ਇਤਿਹਾਸ ਲਿਖਿਆ ਜਾਣਾ ਸੁਨਹਿਰੀ ਅੱਖਰਾਂ 'ਚ, ਉਹਨਾਂ ਵਿੱਚ ਇਹਨਾਂ ਸ਼ਹੀਦਾਂ ਦਾ ਜ਼ਿਕਰ ਹਰ ਹਾਲਤ ਵਿੱਚ ਆਉਣਾ। ਇਹ ਅਮਰ ਸ਼ਹੀਦ ਨੇ, ਸਾਡੇ ਲੋਕਾਂ ਦੇ ਸ਼ਹੀਦ ਨੇ। ਧੰਨਵਾਦ ਜੀ। ਸੋਚ ਦਾ ਫਰਕ ਹੁੰਦਾ ਹੈ। ਬਜ਼ੁਰਗ ਜਿਹੜੇ ਆ ਉਹ ਅਲੱਗ ਢੰਗ ਨਾਲ ਸੋਚਦੇ ਆ, ਕਿਉਂਕਿ ਇਹ ਤਾਂ ਭਗਤ ਸਿੰਘ ਦੀ ਲਿਖਤ 'ਚ ਵੀ ਹੈ ਨਾ ਕਿ ਤਬਦੀਲੀ ਜਿਹੜੀ ਹੈ ਉਹ ਜਦੋਂ ਵੀ ਆਈ ਹੈ ਉਹ ਨੌਜਵਾਨਾਂ ਨੇ ਲਿਆਂਦੀ ਹੈ। ਬਿਲਕੁਲ ਠੀਕ ਹੈ, ਸੱਚ ਹੈ। ਬਜ਼ੁਰਗ ਜਿਹੜੇ ਆ ਉਹ ਨਫੇ ਨੁਕਸਾਨ ਜ਼ਿਆਦਾ ਸੋਚਦੇ ਆ ਤੇ ਬਜ਼ੁਰਗ ਸਿਰਫ ਨੌਜਵਾਨ ਆਪਣਾ ਨਿਸ਼ਾਨਾ ਦੇਖਦੇ ਆ। ਪਰ ਲੇਕਿਨ ਇਹ ਜੋ ਹਾਲਾਤ ਬਣੀ ਪਈ ਹੈ ਨਾ ਸਾਡੀ, ਇਹ ਜਿਹੜੀਆਂ ਸਾਡੀਆਂ ਸਰਕਾਰਾਂ ਨੇ, ਇਹ ਜਿਹੜੇ ਮਗਰ ਇਹਨਾਂ ਦੀ ਜਿਹੜੀ RSS ਹੈ, ਇਹ ਉਹ ਉਸ ਸਮੇਂ ਦੇ ਅੰਗਰੇਜ਼ਾਂ ਨਾਲੋਂ ਵੀ ਮਾੜੇ ਨੇ। ਇਹਨਾਂ ਦੇ ਨਾਲ ਜਿਹੜਾ ਹੈਗਾ ਸਾਡੀ ਜਵਾਨੀ ਨੂੰ ਤੇ ਸਾਡੇ ਬਜ਼ੁਰਗਾਂ ਨੂੰ ਆਪਸੀ ਤਾਲਮੇਲ ਦੇ ਨਾਲ ਚੱਲਣਾ ਪਏਗਾ, ਤਾਂ ਹੀ ਇਹ ਜਿਹੜੀ ਹੈਗੀ ਆ ਲੜਾਈ ਆਪਾਂ ਜਿੱਤ ਸਕਦੇ ਹਾਂ। ਬਾਕੀ ਇਹ ਵੀ ਆਪਣੀ ਜਗ੍ਹਾ ਸਹੀ ਚੱਲ ਰਹੇ ਨੇ, ਔਰ ਨੌਜਵਾਨਾਂ ਦਾ ਵੀ ਜਿਹੜਾ ਯੋਗਦਾਨ ਹੈ ਉਹ ਬੜਾ ਵਧੀਆ ਢੰਗ ਨਾਲ ਹੈ। ਮਤਲਬ ਤੁਸੀਂ ਮੰਨਦੇ ਹੋ ਵੀ ਨੌਜਵਾਨਾਂ ਦਾ ਤੇ ਜੋਸ਼ ਤੇ ਹੋਸ਼ ਜੇ ਰਲ ਕੇ ਚੱਲਦੇ ਆ ਤੇ ਅਸੀਂ ਕਾਮਯਾਬ ਜ਼ਰੂਰ ਹੋਵਾਂਗੇ ਔਰ ਜਲਦੀ ਹੋਵਾਂਗੇ। ਅਸੀਂ ਜਿਵੇਂ ਅਸੀਂ ਕੋਸ਼ਿਸ਼ ਵੀ ਕਰ ਰਹੇ ਸੀ ਕਿ ਇਹਨਾਂ ਦੇ ਆਪਸ ਦੇ ਵਿੱਚ ਵੀ ਇਹਨਾਂ ਦਾ ਤਾਲਮੇਲ ਬਣ ਜੇ। ਸੋ ਥੋੜੀ ਜੀ ਚਲੋ ਕੁਝ ਕਮੀਆਂ ਥੋੜੀਆਂ ਜਿਹੀਆਂ ਉੱਧਰ ਵੀ ਨੇ ਤੇ ਕੁਝ ਕਮੀਆਂ ਥੋੜੀਆਂ ਜੇ ਇੱਧਰ ਵੀ ਨੇ। ਜੇ ਆਪਾਂ ਲੈ ਦੇ ਕਿ ਇਹ ਦੋਨੋਂ ਧਿਰਾਂ ਨੇੜੇ ਹੋ ਕੇ ਤੇ ਇੱਕ ਮੰਚ ਦੇ ਉੱਤੇ ਇਕੱਠੇ ਹੋ ਕੇ ਜੇ ਲੜ ਲੈਂਦੇ ਨੇ ਤੇ ਬਹੁਤ ਜਲਦੀ ਜਿਹੜਾ ਹੈਗਾ ਇਹ ਮਸਲਾ ਹੱਲ ਹੋ ਜਾਂਦਾ ਹੈ, ਕਿਉਂਕਿ ਸਰਕਾਰਾਂ ਤਾਂ ਅੱਗੇ ਚਾਹੁੰਦੀਆਂ ਨੇ ਕਿ ਇਹ ਵੰਡੇ ਜਾਣ। ਤੇ ਜਦੋਂ ਕੋਈ ਥੋੜੀ ਬਹੁਤੀ ਪੋਲ ਪੈਂਦੀ ਹੈ ਤੇ ਫਿਰ ਨੈਚੁਰਲੀ ਗੱਲ ਜਿਹੜੀ ਹੈ ਉਹ ਵਿਗਾੜ ਵਾਲੇ ਪਾਸੇ ਨੂੰ ਜਾਂਦੀ ਹੈ। ਪਰ ਫਿਰ ਵੀ ਸਾਡੇ ਜੇ ਜਵਾਨ ਵੀ ਨੇ, ਨੌਜਵਾਨ ਵੀ ਨੇ, ਤੇ ਉਹ ਵੀ ਦਿਲੋਂ ਮਤਲਬ ਉਹ ਇਸ ਵੇਲੇ ਸੰਘਰਸ਼ ਕਰ ਰਹੇ ਨੇ। ਠੀਕ ਹੈ, ਲੱਗਦਾ ਹੋਊਗਾ ਜਿਵੇਂ ਆਪਾਂ ਕਿਸੇ ਵੇਲੇ ਸੋਚ ਲੈਂਦੇ ਹਾਂ ਵੀ ਉਹਨਾਂ ਦੇ ਕੁਝ ਮਗਰ ਹੈ, ਮਗਰ ਕੋਈ ਪਾਲਿਸੀਆਂ ਕੰਮ ਕਰ ਰਹੀਆਂ ਨੇ, ਪਰ ਮੈਂ ਇਹ ਕਹਿ ਸਕਦਾ ਵਾਂ ਕਿ ਉਹ ਜਿਹੜੀਆਂ ਹੈਗੀਆਂ ਨਾ ਸਾਜ਼ਿਸ਼ਾਂ ਜਿਹੜੀਆਂ ਨੇ ਉਹਨਾਂ ਲੋਕਾਂ ਦੀਆਂ, ਉਹ ਕਾਮਯਾਬ ਹੋ ਨਹੀਂ ਰਹੀਆਂ। ਬਿਲਕੁਲ ਜੀ, ਅਸੀਂ ਸੰਘਰਸ਼ ਵੇਖਿਆ, ਲੜਿਆ, ਹੰਡਾਇਆ ਕਿ ਕਈ ਵਾਰੀ ਜਿਹੜੀਆਂ ਏਜੰਸੀਆਂ ਹੁੰਦੀਆਂ ਨੇ ਨਾ, ਜਿਹੜਾ ਸਹੀ ਬੰਦਾ ਵਾ ਉਹਨੂੰ ਘੋਸ਼ਿਤ ਕਰ ਦੇਣਗੀਆਂ ਏਜੰਸੀਆਂ ਦਾ, ਜਿਹੜਾ ਏਜੰਸੀਆਂ ਦਾ ਬੰਦਾ ਵਾ ਉਹਨੂੰ ਘੋਸ਼ਿਤ ਕਰ ਦੇਣਗੀਆਂ ਵੀ ਇਹ ਟੌਪ ਦਾ ਆਗੂ ਆ। ਕਿਤੇ ਇਸ ਤਰ੍ਹਾਂ ਦੀ ਸਾਜ਼ਿਸ਼ ਇੱਥੇ ਵੀ ਤਾਂ ਨਹੀਂ ਹੋ ਰਹੀ? ਦੇਖੋ ਹੁੰਦਾ, ਹਾਂ ਇਵੇਂ ਹੁੰਦਾ, ਕਿਉਂਕਿ ਉਹਨਾਂ ਦੇ ਕੋਲ ਬਹੁਤ ਵੱਡੇ ਸੋਰਸਸ ਹੁੰਦੇ ਨੇ। ਬਹੁਤ ਪੁਰਾਣਾ ਜਿਹੜਾ ਉਹ ਜਥੇਬੰਦੀਆਂ ਦਾ ਜਿਹੜਾ ਉਹ ਯੋਗਦਾਨ ਹੈ। ਠੀਕ, ਕਰੀਬ 72 ਤੋਂ ਕਿਸਾਨ ਜਥੇਬੰਦੀ ਜਿਹੜੀ ਆ ਉਹ ਹੋਂਦ ਵਿੱਚ ਆਈ ਹੈ। ਬਿਲਕੁਲ ਠੀਕ। ਉਦੋਂ ਤੋਂ ਜਿਹੜੇ ਹੈਗੇ ਆ ਕਿਸਾਨਾਂ ਦੀਆਂ ਹੱਕੀ ਮੰਗਾਂ ਵਾਸਤੇ ਸੰਘਰਸ਼ ਚੱਲ ਰਿਹਾ। ਠੀਕ। ਸੋ ਜਿੱਥੇ ਸਰਕਾਰਾਂ ਨੇ ਸਾਨੂੰ ਸਾਡੇ ਉਹ ਬਣਦੇ ਹੱਕ ਤਾਂ ਦਿੱਤੇ ਨਹੀਂ, ਉਲਟਾ ਸਾਡੀਆਂ ਜ਼ਮੀਨਾਂ ਖੋਹਣ ਦੇ ਜਿਹੜੇ ਹੈਗੇ ਨੇ ਇਹ ਬਣਾਏ ਕਾਨੂੰਨ। ਸੋ ਇਸ ਕਰਕੇ ਮਤਲਬ ਇਹ ਸਰਕਾਰਾਂ ਦੀ ਜਿਹੜੀ ਹੈ ਇਹ ਵੱਡੀ ਨਲਾਇਕੀ ਹੈ। ਔਰ ਇਹਨਾਂ ਨੇ ਹੁਣ ਵੇਖੋ ਇੰਨਾ ਪੁਰਾਣਾ ਸੰਘਰਸ਼ ਕਰ ਰਹੇ ਨੇ, ਹੁਣ ਅੱਜ ਜਿਹੜਾ ਵੀ ਕੋਈ ਆਗੂ ਉੱਠਿਆ ਜਾਂ ਕੋਈ ਗਾਇਕ ਉੱਠਿਆ, ਠੀਕ ਹੈ, ਸਤਿਕਾਰ ਹੈ ਉਹਨਾਂ ਦਾ, ਪਰ ਯਾਰ ਜਿਹੜੇ 40 ਸਾਲ ਤੋਂ ਚੱਲੇ ਆ ਜਾਂ 20 ਸਾਲ ਤੋਂ ਚੱਲੇ ਆ, ਉਹਨਾਂ ਦੀ ਕੁਰਬਾਨੀ ਨੂੰ ਤਾਂ ਨਹੀਂ ਨਾ ਭੁਲਾ ਦੇਣਾ ਚਾਹੀਦਾ। ਹੁਣ ਅੱਜ ਉੱਠ ਕੇ ਕੋਈ ਆਖੇ ਕਿ ਨਹੀਂ ਜੀ ਇਹਨਾਂ ਨੂੰ ਕੋਈ ਸਮਝ ਨਹੀਂ ਲੱਗਦੀ, ਹਾਂ ਠੀਕ ਹੈ, ਉਹਨਾਂ ਦਾ ਸਾਥ ਦਿਓ। ਅਸੀਂ ਤਾਂ ਕਿਸੇ ਨੂੰ ਇਹ ਨਹੀਂ ਕਹਿੰਦੇ ਕਿ ਸਾਡੇ ਕੋਈ ਪਿੱਛੇ ਆ ਕੇ ਖੜੇ, ਅਸੀਂ ਕਹਿੰਦੇ ਆ ਵੀ ਸਾਡੀਆਂ ਬਾਹਾਂ ਬਣ ਕੇ ਜਿਹੜਾ ਹੈਗਾ ਉਹ ਸਾਰੇ ਚੱਲਣ, ਨੌਜਵਾਨ ਜੋ ਵੀ ਹੈ, ਤੇ ਉਹਦੇ ਨਾਲ ਆਪਾਂ ਜਲਦੀ ਕਾਮਯਾਬ ਹੋਵਾਂਗੇ। ਗੁਰੂ ਨਾਨਕ ਸੇਵਾ ਲੰਗਰ ਸੁਸਾਇਟੀ ਦੇਖੋ ਜਿਹੜੀ ਸਾਡੀ ਇਹ ਵਿਦੇਸ਼ ਤੋਂ ਚੱਲ ਰਹੀ ਆ, ਸਲਾਹੁਣਯੋਗ ਉਪਰਾਲਾ ਬਹੁਤ ਲੰਬੇ ਸਮੇਂ ਤੋਂ। ਤੁਸੀਂ ਸਿਰਫ ਕਿਸਾਨੀ ਘੋਲ ਨਾਲ ਹੀ ਨਹੀਂ, ਤੁਸੀਂ ਮੈਂ ਮਤਲਬ ਕਾਫੀ ਪਿਛਲੇ ਸਮੇਂ ਤੋਂ ਜਿਹੜੇ ਵੀ ਲੋੜਵੰਦ ਪਰਿਵਾਰ ਨੇ, ਮਤਲਬ ਤੁਸੀਂ 2015 ਤੋਂ ਤੁਸੀਂ ਇਹ ਜਿਹੜੀ ਹੈਗੀ ਆ ਸੇਵਾ ਆਰੰਭੀ ਹੋਈ ਹੈ।
ਤੇ ਬਾਕੀ ਜਿਹੜੀ ਗੱਲ ਹੈ ਇਹ NIA ਵਗੈਰਾ ਦੀ, ਇਹਨਾਂ ਨੇ ਤੇ ਜਿੰਨੇ ਵੀ ਮਤਲਬ ਕੋਈ ਚੰਗਾ ਕੰਮ ਕਰਨਾ ਉਹਨਾਂ ਨੂੰ ਇਹਨਾਂ ਨੇ ਪਰੇਸ਼ਾਨ ਕਰਨਾ, ਕਿਉਂਕਿ ਸਰਕਾਰ ਦੀਆਂ ਏਜੰਸੀਆਂ ਨੇ। ਠੀਕ ਹੈ ਜੀ, ਇਹ ਤੁਸੀਂ ਹੋਵੋ, ਅਸੀਂ ਹੋਈਏ, ਕੋਈ ਵੀ ਹੋਵੇ। ਤੇ ਸੋ ਅਸੀਂ ਉਹਨਾਂ ਨੂੰ ਵਾਰਨਿੰਗ ਦਿੰਦੇ ਆ ਇਹਨਾਂ ਨੂੰ ਕਿ ਤੁਸੀਂ ਜਿਹੜਾ ਹੈਗਾ, ਜਿਹੜੇ ਤੁਹਾਡੇ ਕੰਮ ਸਹੀ ਕਰਨ ਵਾਲੇ ਆ ਨਾ, ਤੁਸੀਂ ਉਹਨਾਂ ਨੂੰ ਕਰੋ, ਉਹਨਾਂ ਨੂੰ ਤਾਂ ਇਹ ਕਰਦੇ ਨਹੀਂ ਆ। ਠੀਕ ਹੈ, ਉੱਥੇ ਤਾਂ ਸਾਰੇ ਪਾਸੇ ਇਹ ਕਰਪਟ ਨੇ। ਤੁਹਾਨੂੰ ਜੇ ਤੁਹਾਡੀ ਜਾਣਕਾਰੀ ਲਈ ਦੱਸਦੇ ਆ, NIA ਦਾ ਨੋਟਿਸ ਆਉਣ ਵਾਲਾ ਸਭ ਤੋਂ ਪਹਿਲਾ ਬੰਦਾ ਮੈਂ ਸੀ ਜਿਹਨੂੰ ਪਹਿਲਾ ਨੋਟਿਸ ਆਇਆ ਸੀ। ਦੇਖੋ, ਜਿੰਨੇ ਹੱਕ ਸੱਚ ਲਈ ਜਿੰਨੇ ਮਤਲਬ ਪੱਖੋਕੇ ਸਾਹਿਬ ਤੁਸੀਂ ਮਤਲਬ ਜਿਹੜਾ ਹੈਗਾ ਬੜੇ ਨਿਡਰ ਹੋ। ਠੀਕ ਹੈ, ਮਗਰ ਜਿਹੜੇ ਸਾਡੇ ਵੇਖੋ NRI ਵੀਰ ਨੇ, ਜਿਹੜੀ ਇਹ ਸੰਸਥਾਵਾਂ ਜਿਹੜੀਆਂ ਚਲਾ ਰਹੀਆਂ ਨੇ, ਸਾਡੇ 10-9 ਦੀ ਕਿਰਤ ਦੇ ਵਿੱਚੋਂ ਜਿਹੜੇ ਹੈਗੇ ਆ, ਉਹ ਸਾਡੇ ਬੱਚੇ ਸਾਰੇ ਭੈਣ ਭਰਾ ਜਿਹੜੇ ਉਹ ਚਲਾ ਰਹੇ ਨੇ। ਸੋ ਇਹ ਗੁਰੂ ਨਾਨਕ ਪਾਤਸ਼ਾਹ ਦੀ ਕਿਰਤ ਜਿਹੜੀ ਹੈ ਉਹਦੇ ਨਾਲ ਹੀ ਇਹ ਸਾਰਾ ਕੁਝ ਚੱਲ ਰਿਹਾ। ਉਹਨੂੰ ਤੁਸੀਂ ਸਹੀ ਢੰਗ ਦੇ ਨਾਲ ਜਿਹੜਾ ਹੈਗਾ ਲਾਗੂ ਕਰ ਰਹੇ ਹੋ, ਅਸਲ ਲੋੜਵੰਦਾਂ ਤੱਕ ਤੁਸੀਂ ਇਸ ਚੀਜ਼ ਨੂੰ ਪਹੁੰਚਾ ਰਹੇ ਹੋ। ਮੈਂ ਤੇ ਅੱਗੇ ਵੀ ਕਈ ਵਾਰੀ ਗੱਲ ਕਰਦਾ ਵਾਂ ਕਿ ਜੇ ਸਾਡੀਆਂ ਸਰਕਾਰਾਂ, ਪਾਰਟੀਆਂ, ਪੰਜਾਬ ਦੀ ਸਰਕਾਰ, ਸਾਡੀ ਅਕਾਲੀ ਦਲ, BJP ਇਸ ਸੰਘਰਸ਼ ਪ੍ਰਤੀ ਇਮਾਨਦਾਰ ਹੁੰਦੀ, ਸਾਨੂੰ ਅੱਜ ਧਰਨੇ ਜਿਹੜੇ ਦਿੱਲੀ ਜਾ ਕੇ ਨਾ ਲਾਉਣੇ ਪੈਂਦੇ। ਕਿਉਂਕਿ ਸਾਡੇ ਸਿਆਸਤ ਦੇ ਵਿੱਚ, ਲੋਕਤੰਤਰ ਦੇ ਵਿੱਚ ਸਾਡੇ ਸਹੀ ਨੁਮਾਇੰਦੇ ਤੇ ਅਸੀਂ ਇਹਨਾਂ ਨੂੰ ਚੁਣ ਕੇ ਭੇਜਦੇ ਹਾਂ। ਅਸੀਂ ਆਪਣੀ ਸਾਰੀ ਸ਼ਕਤੀ, ਸਾਰੀ ਤਾਕਤ ਇਹਨਾਂ ਦੇ ਹਵਾਲੇ ਕਰ ਦਿੰਦੇ ਹਾਂ ਵੀ ਇਹ ਸਾਡਾ ਚੰਗਾ ਆਉਣ ਵਾਲਾ ਟਾਈਮ ਚੰਗਾ ਸੋਚਣਗੇ, ਸਾਡੀ ਕਿਸਮਤ ਦਾ ਫੈਸਲਾ ਸਹੀ ਕਰਨਗੇ। ਕਿਸਮਤ ਦਾ ਫੈਸਲਾ ਸਹੀ ਕਰਨਗੇ। ਪਰ ਬਦਕਿਸਮਤੀ ਸਾਡੇ ਲੋਕਾਂ ਦੀ ਵੀ ਅਸੀਂ ਲੋੜ ਤੋਂ ਵੱਧ ਹੀ ਆਸ ਜਿਹੜੀ ਆ ਇਹਨਾਂ ਤੇ ਲਾ ਲਵੀ। ਤੇ ਹੁਣ ਜਿਹੜਾ ਸਾਡਾ ਸੰਘਰਸ਼ ਚੱਲਿਆ ਵਾ, ਸਾਡੇ ਕਿਸਾਨੀ ਦਾ ਕੰਮ ਚੱਲਿਆ ਵਾ, ਇਹ ਬਹੁਤ ਵਧੀਆ ਸਾਡੀ ਲੀਡਰਸ਼ਿਪ ਦਾ ਉਪਰਾਲਾ ਵਾ। ਇਹ ਤੇ ਪਹਿਲਾਂ ਬਹੁਤ ਚਿਰ ਤੋਂ ਪਹਿਲਾਂ ਹੀ, ਜਦੋਂ 2000 ਦੇ ਵਿੱਚ ਗੈਰ ਸਮਝੌਤਾ ਹੋਇਆ ਸੀ, ਉਦੋਂ ਤੋਂ ਸਾਡੀ ਲੀਡਰਸ਼ਿਪ ਦਵਾਈ ਦੇ ਰਹੀ ਹੈ ਵੀ ਆਉਣ ਵਾਲਾ ਟਾਈਮ ਬਹੁਤ ਮਾੜਾ ਜੇ ਸਮਝਿਓ। ਪਰ ਸਾਡੇ ਲੋਕ ਬਹੁਤ ਵਿਚਲੇ ਸੀ। ਨਹੀਂ, ਕੀ ਇਹਦਾ ਮਤਲਬ ਕਿਤੇ ਨਾ ਕਿਤੇ ਸਾਡੇ ਕਿਸਾਨ ਆਗੂਆਂ 'ਚ ਕੋਈ ਕਮੀ ਵੀ, ਉਹ ਲੋਕਾਂ ਨੂੰ ਇਹ ਗੱਲ ਸਮਝਾਉਣ 'ਚ ਸਫਲ ਨਹੀਂ ਹੋਏ ਜਿਸ ਲੈਵਲ ਤੇ ਅੱਜ ਲੋਕਾਂ ਨੂੰ ਗੱਲ ਸਮਝ ਆ ਗਈ ਹੈ? ਨਹੀਂ, ਕਿਸਾਨ ਆਗੂਆਂ ਤੇ ਨਹੀਂ, ਕਿਸਾਨ ਆਗੂਆਂ ਤੇ ਹੋਕਾ ਦੇਣਾ ਵਾ। ਅਗਲੇ ਬੰਨੇ ਮੰਨਣਾ ਨਾ ਮੰਨਣਾ ਜਿਹੜਾ ਵਾ ਉਹ ਲੋਕਾਂ ਦਾ ਕੰਮ ਆ। ਇਹਦੇ ਵਿੱਚ ਇੱਕ ਕਾਰਨ ਮੈਂ ਬਹੁਤਾ ਵੱਡਾ ਸਮਝਦਾ ਵਾਂ, ਜਿਸ ਤਰ੍ਹਾਂ ਸਾਡੇ ਆਪਣੇ ਇਲਾਕੇ ਦੀ ਅਸੀਂ ਗੱਲ ਡੇਰਾ ਬਾਬਾ ਨਾਨਕ ਦੀ ਲੈ ਲਈਏ, ਸਾਡੀ ਸਾਰੇ ਲੋਕਾਂ ਦੀ ਸੋਚ ਜਿਹੜੀ ਆ, ਅਸੀਂ ਸਾਰੇ ਡਿਪੈਂਡ ਪਾਰਟੀਆਂ ਦੇ ਹੋ ਗਏ, ਕੁਝ ਕਾਂਗਰਸੀਆਂ ਦੇ ਹੋ ਗਏ, ਕੁਝ ਅਕਾਲੀਆਂ ਦੇ ਹੋ ਗਏ। ਅਸੀਂ ਤੇ ਜਥੇਬੰਦੀ ਵੱਲ ਬੰਨੇ ਤੇ ਸੋਚਦੇ ਨਹੀਂ ਸੀ ਪਹਿਲਾਂ। ਸਿਆਸੀ ਧੜੇਬੰਦੀਆਂ 'ਚ ਹੀ ਵੰਡੇ ਸੀ, ਧੜੇਬੰਦੀਆਂ 'ਚ ਹੀ ਵੰਡੇ ਗਏ ਆ। ਪਰ ਸਿਆਸਤਦਾਨਾਂ ਨੇ 70 ਸਾਲ ਤੋਂ ਸਾਡੇ ਲੋਕਾਂ ਨੂੰ ਲੁੱਟਿਆ ਤੇ ਬੁੱਧੂ ਹੀ ਬਣਾਇਆ ਵਾ। ਸਾਡੀ ਭਲਾਈ ਵਾਸਤੇ ਇਹਨਾਂ ਇੱਕ ਕੰਮ ਵੀ ਨਹੀਂ ਕੀਤਾ। ਕਿਉਂਕਿ ਸਾਡੇ, ਮੈਂ ਵੇਖਣ ਡਿਆ ਵਾਂ ਵੀ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਵਾ, ਜਾਂ ਜਦੋਂ ਤੋਂ ਪੰਜਾਬ ਤੇ ਹਰਿਆਣਾ ਬਣਾਇਆ ਵਾ, ਸਾਡੇ ਜਿੰਨੇ ਵੀ ਮਸਲੇ ਨੇ ਸਾਰੇ ਉੱਥੇ ਦੇ ਉੱਥੇ ਖਲੋਤੇ ਨੇ। ਦਰਿਆਈ ਪਾਣੀਆਂ ਦਾ ਮਸਲਾ ਹੋਵੇ, ਰਾਜਧਾਨੀ ਦਾ ਮਸਲਾ ਹੋਵੇ, ਬੋਲੀ ਦਾ ਮਸਲਾ ਹੋਵੇ, ਹਰ ਇਲੈਕਸ਼ਨ ਦੇ ਉੱਤੇ ਮਸਲੇ ਚੁੱਕ ਕੇ ਆਪਣੀਆਂ ਵੋਟਾਂ ਸਾਡੇ ਕੋਲ ਲੈ ਲੈਂਦੇ ਨੇ। ਜਦੋਂ ਇਹ ਚੁਣੇ ਜਾਂਦੇ ਨੇ, ਮੁੱਖ ਮੰਤਰੀ ਬਣ ਜਾਂਦੇ ਨੇ, ਬਸ ਉਦੋਂ ਹੀ ਉਹ ਭੁੱਲ ਜਾਂਦੇ ਨੇ। ਫਿਰ ਆਉਣ ਵਾਲੇ 5 ਸਾਲਾਂ ਦੇ ਵਿੱਚ ਫਿਰ ਇਹ ਅਗਲੇ ਬੰਨੇ ਫਿਰ ਉਹੀ ਕੰਮ ਸ਼ੁਰੂ ਕਰ ਦਿੰਦੇ ਨੇ। ਪਰ ਆਉਣ ਵਾਲਾ ਟਾਈਮ ਜਿਹੜਾ ਵਾ, ਉਹ ਲੋਕ ਸਾਡੇ ਹੁਣ ਜਾਗਰੂਕ ਹੋ ਗਏ ਨੇ। ਹੁਣ ਇਹਨਾਂ ਦੀ ਜਿਹੜੀ ਇਹ ਗੱਲ ਚੱਲ ਰਹੀ ਹੈ, ਇਹ ਬਿਲਕੁਲ ਹੀ ਇਹ ਹੱਟੀ ਇਹਨਾਂ ਦੀ ਬੰਦ ਹੋ ਜਾਣੀ ਆ। ਤੇ ਇਹ ਜਿਹੜੀ ਲੋਕ ਸ਼ਕਤੀ ਇਕੱਠੀ ਹੋਈ ਆ, ਇਹ ਆਪਣੇ ਤੌਰ ਤੇ ਹੀ ਵਧੀਆ ਬੰਦੇ ਅੱਗੇ ਲਿਆ ਕੇ ਤੇ ਆਪਣੀ ਸਰਕਾਰ ਬਣਾਉਣਗੇ, ਆਪਣੇ ਮਸਲੇ ਖੁਦ ਹੱਲ ਕਰਨਗੇ। ਬਿਲਕੁਲ ਜੀ, ਸਰਦਾਰ ਹਰਜੀਤ ਸਿੰਘ ਦੇ ਕਹਿਣ ਮੁਤਾਬਕ ਕਿ ਇਸ ਕਿਸਾਨ ਸੰਘਰਸ਼ ਦੇ ਵਿੱਚੋਂ ਇੱਕ ਨਵੀਂ ਰਾਜਸੀ ਤਾਕਤ ਉੱਭਰ ਕੇ ਸਾਹਮਣੇ ਆ ਸਕਦੀ ਹੈ। ਸਮੇਂ ਦੀ ਲੋੜ ਵੀ ਹੈ। ਜਿਹੜੇ ਰਵਾਇਤੀ ਪਾਰਟੀਆਂ ਸੀਗੀਆਂ ਜਾਂ ਲੀਡਰਸ਼ਿਪ ਸੀ, ਉਹਨਾਂ ਤੋਂ ਭਰੋਸਾ ਜਿਹੜਾ ਇਹਨਾਂ ਦਾ ਉੱਠ ਗਿਆ। ਹੁਣ ਲੋਕ ਅਵੇਅਰ ਹੋ ਰਹੇ ਨੇ, ਨੌਜਵਾਨ ਪੀੜ੍ਹੀ ਸੋਸ਼ਲ ਮੀਡੀਆ ਜਾਂ ਕਿਸੇ ਤਰ੍ਹਾਂ ਦੇ ਵੀ ਮੀਡੀਆ ਦੇ ਰਾਹੀਂ ਉਹਨਾਂ ਨੂੰ ਇੱਕ ਬਾਰੀਕੀ ਦਾ ਪਤਾ ਲੱਗ ਰਿਹਾ, ਇਹਨਾਂ ਲੀਡਰਾਂ ਦੀਆਂ ਕਰਤੂਤਾਂ ਦਾ ਪਤਾ ਲੱਗ ਰਿਹਾ ਕਿ ਸਿਰਫ ਆਪਣੇ ਘਰ ਭਰਨਾ ਜਾਣਦੇ ਆ, ਇਹਨਾਂ ਨੂੰ ਜਨ ਹਿੱਤ ਨਾਲ ਕੋਈ ਮਤਲਬ ਨਹੀਂ ਹੈਗਾ। ਇਸ ਵਕਤ ਇਹ ਕਿਸਾਨਾਂ ਦਾ ਅੰਦੋਲਨ ਜਿਹੜਾ ਜਨ ਅੰਦੋਲਨ ਬਣ ਚੁੱਕਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਤਿਗੁਰੂ ਕਿਰਪਾ ਕਰਨਗੇ, ਜ਼ਰੂਰ ਕਾਮਯਾਬੀ ਮਿਲੇਗੀ। ਬਹੁਤ ਮਿਹਰਬਾਨੀ ਜੀ। ਤੁਸੀਂ ਵੇਖਦੇ ਰਹਿਣਾ PTN 24।